ਹਾਲੇਲੂਇਆ। ਖੁਦਾਵੰਦ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਆਓ ਅਸੀਂ ਬਾਈਬਲ ਵਿੱਚੋਂ ਪੜਾਂਗੇ ਪਹਿਲਾ ਤਿਮੋਥੀਅਸ 2:8 ਵਿੱਚੋਂ ਪੜਾਂਗੇ। ਪਹਿਲਾ ਤਿਮੋਥੀਅਸ 2:8 ਵਿੱਚ ਲਿਖਿਆ ਹੈ, ਪਹਿਲਾ ਤਿਮੋਥੀਅਸ 2:8, ਉਪਰੰਤ ਮੈਂ ਚਾਹੁੰਦਾ ਹਾਂ ਭਾਈ ਪੁਰਖ ਸਭਨੀ ਥਾਈਂ ਕ੍ਰੋਧ ਅਤੇ ਵਿਵਾਦ ਤੋਂ ਬਿਨਾਂ ਪਵਿੱਤਰ ਹੱਥ ਅੱਡ ਕੇ ਪ੍ਰਾਰਥਨਾ ਕਰਨ। ਇਸੇ ਤਰ੍ਹਾਂ ਚਾਹੁੰਦਾ ਹਾਂ ਭਾਈ ਇਸਤਰੀਆਂ ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੁਹਾਵਣੀ ਪੁਸ਼ਾਕ ਨਾਲ ਸਵਾਰਨ, ਨਾ ਗੁੰਦੀਆਂ ਹੋਇਆਂ ਵਾਲਾਂ ਅਤੇ ਸੋਨੇ ਜਾਂ ਮੋਤੀਆਂ ਜਾਂ ਭਾਰੇ ਮੁੱਲ ਦੇ ਵਸਤਰਾਂ ਨਾਲ, ਸਗੋਂ ਸ਼ੁਭ ਕਰਮਾਂ ਦੇ ਵਸੀਲੇ ਨਾਲ, ਕਿਉਂ ਜੋ ਇਹ ਉਹਨਾਂ ਇਸਤਰੀਆਂ ਨੂੰ ਫੱਬਦਾ ਹੈ ਜਿਹੜੀਆਂ ਖੁਦਾ ਦੀ ਭਗਤੀ ਨੂੰ ਮੰਨਦੀਆਂ ਹਨ। ਇਸਤਰੀ ਨੂੰ ਚਾਹੀਦਾ ਹੈ ਭਾਈ ਚੁੱਪਚਾਪ ਹੋ ਕੇ ਪੂਰੀ ਅਧੀਨਗੀ ਨਾਲ ਸਿੱਖਿਆ ਲਵੇ। ਮੈਂ ਇਸਤਰੀ ਨੂੰ ਸਿੱਖਿਆ ਦੇਣ ਅਥਵਾ ਪੁਰਖ ਉੱਤੇ ਹੁਕਮ ਚਲਾਉਣ ਦੀ ਪ੍ਰਵਾਨਗੀ ਨਹੀਂ ਦਿੰਦਾ, ਸਗੋਂ ਉਹ ਚੁੱਪਚਾਪ ਰਹੇ, ਕਿਉਂ ਜੋ ਆਦਮ ਪਹਿਲਾਂ ਰਚਿਆ ਗਿਆ, ਫਿਰ ਹਵਾ। ਆਦਮ ਨੇ ਧੋਖਾ ਨਹੀਂ ਖਾਧਾ, ਪਰ ਇਸਤਰੀ ਧੋਖਾ ਖਾ ਕੇ ਅਪਰਾਧ ਵਿੱਚ ਪੈ ਗਈ, ਤਾਂ ਵੀ ਬਾਲ ਜਨਨ ਦੇ ਵਸੀਲੇ ਨਾਲ ਉਹ ਬਚਾਈ ਜਾਵੇਗੀ, ਜੇ ਉਹ ਨਿਸ਼ਚਾ ਅਤੇ ਪ੍ਰੇਮ ਅਤੇ ਪਵਿੱਤਰਤਾਈ ਵਿੱਚ ਸੰਜਮ ਨਾਲ ਟਿਕੀਆਂ ਰਹਿਣ। ਖੁਦਾ ਦੇ ਪੜ੍ਹੇ ਹੋਏ ਵਚਨ ਦੇ ਲਈ ਉਸ ਦਾ ਧੰਨਵਾਦ ਕਰਦੇ ਹਾਂ। ਆਓ ਸਭ ਮਿਲ ਕੇ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ। ਧੰਨਵਾਦ ਪਿਆਰੇ ਪ੍ਰਭੂ ਯਿਸੂ ਮਸੀਹ, ਮੈਂ ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦਾ ਹਾਂ। ਸੱਚਮੁੱਚ ਮੇਰੇ ਮਹਾਨ ਪਿਤਾ, ਤੇਰਾ ਵਚਨ ਸੱਚ ਤੇ ਆਮੀਨ ਹੈ ਖੁਦਾਵੰਦਾ, ਕਿਉਂਕਿ ਮੇਰੇ ਮਹਾਨ ਪਿਤਾ ਪ੍ਰਭੂ ਯਿਸੂ ਮਸੀਹ, ਅਸੀਂ ਅੰਤ ਦੇ ਸਮੇਂ ਵਿੱਚ ਹਾਂ ਮੇਰੇ ਮਹਾਨ ਪਿਤਾ। ਤੇਰੇ ਨਬੀ ਭਾਈ ਵਿਲੀਅਮ ਮੈਰਿਨ ਬ੍ਰੈਨਮ ਨੇ ਵੀ ਕਿਹਾ ਹੈ, ਇਹ ਔਰਤ ਦਾ ਯੁੱਗ ਹੈ, ਲੇਕਿਨ ਮਹਾਨ ਪਿਤਾ ਪ੍ਰਭੂ ਯਿਸੂ ਮਸੀਹ, ਤੇਰੀ ਬੇਟੀਆਂ ਹਮੇਸ਼ਾ ਤੇਰੇ ਵਚਨ ਵਿੱਚ ਚੱਲਦੀਆਂ ਹਨ ਖੁਦਾਵੰਦਾ। ਤੇਰੇ ਲੋਕ ਤੇਰੇ ਵਚਨ ਵਿੱਚ ਚੱਲਦੇ ਹਨ ਪ੍ਰਭੂ ਜੀ, ਲੇਕਿਨ ਮੇਰੇ ਮਹਾਨ ਪਿਤਾ ਖੁਦਾਵੰਦ ਪ੍ਰਭੂ ਯਿਸੂ ਮਸੀਹ, ਜਿਹੜੇ ਲੋਕ ਤੇਰੇ ਵਚਨ ਤੋਂ ਲਾਂਭੇ ਹੋ ਚੁੱਕੇ ਹਨ ਖੁਦਾਵੰਦ, ਉਹ ਆਪਣੀ ਮਨ ਮਰਜ਼ੀਆਂ ਕਰਦੇ ਹਨ ਖੁਦਾਵੰਦਾ। ਮੇਰੇ ਮਹਾਨ ਪਿਤਾ ਪ੍ਰਭੂ ਯਿਸੂ ਮਸੀਹ, ਤੇਰੀ ਦੁਲਹਨ ਸੀ ਵਚਨ ਦੇ ਨਾਲ ਸ਼ਿੰਗਾਰ ਕਰਦੀ ਹੈ ਖੁਦਾਵੰਦਾ, ਨਾ ਕਿ ਬਾਹਰੀ ਸ਼ਿੰਗਾਰ ਮੇਰੇ ਮਹਾਨ ਪਿਤਾ, ਕਿਉਂਕਿ ਤੂੰ ਆਪਣੀ ਦੁਲਹਨ ਨੂੰ ਇਹ ਸਿਖਾਇਆ ਹੈ ਖੁਦਾਵੰਦਾ ਵੀ ਉਹ ਵਚਨ ਦੇ ਨਾਲ ਸ਼ਿੰਗਾਰ ਕਰੇ ਖੁਦਾਵੰਦ, ਕਿਉਂਕਿ ਤੂੰ ਬਾਹਰੀ ਸ਼ਿੰਗਾਰ ਰੰਗ ਰੋਗਨ ਖੁਦਾਵੰਦਾ ਉਹ ਮੇਕਅਪ ਨੂੰ ਪਸੰਦ ਨਹੀਂ ਕਰਦਾ ਮੇਰੇ ਮਹਾਨ ਪਿਤਾ, ਕਿਉਂਕਿ ਤੇਰੇ ਨਬੀ ਨੇ ਵੀ ਕਿਹਾ ਹੈ ਇਹ ਸਭ ਕੁਝ ਗਲਤ ਹੈ, ਵਚਨ ਤੋਂ ਬਾਹਰ ਹੈ ਸੱਚਮੁੱਚ ਮੇਰੇ ਮਹਾਨ ਪਿਤਾ। ਲੇਕਿਨ ਤੇਰੀ ਬੇਟੀਆਂ ਤੇਰੇ ਲੋਕ ਖੁਦਾਵੰਦ ਹਮੇਸ਼ਾ ਵਚਨ ਦੇ ਦਾਇਰੇ ਵਿੱਚ ਰਹਿੰਦੇ ਹਨ ਪ੍ਰਭੂ ਜੀ। ਮੇਰੇ ਮਹਾਨ ਪਿਤਾ ਪ੍ਰਭੂ ਯਿਸੂ ਮਸੀਹ, ਮੈਂ ਵਿਸ਼ਵਾਸ ਕਰਦਾ ਖੁਦਾਵੰਦ ਪ੍ਰਭੂ ਜੀ ਸਥਾਨ ਵਿੱਚ ਮੌਜੂਦ ਹੈ ਖੁਦਾਵੰਦਾ। ਪ੍ਰਭੂ ਯਿਸੂ ਮਸੀਹ ਆਪਣੇ ਲੋਕਾਂ ਨੂੰ ਸਿਖਾ, ਤੂੰ ਉੱਤਰ ਖੁਦਾਵੰਦਾ ਤੇ ਆਪਣੇ ਵਚਨ ਨੂੰ ਖੋਲ ਮੇਰੇ ਮਹਾਨ ਪਿਤਾ। ਪ੍ਰਭੂ ਯਿਸੂ ਮਸੀਹ, ਮੈਂ ਸਾਰਾ ਆਦਰ ਜਲਾਲ ਮਹਿਮਾ ਤੇਰੇ ਨਾਮ ਨੂੰ ਦਿੰਦਾ ਹਾਂ। ਪ੍ਰਭੂ ਯਿਸੂ ਮਸੀਹ, ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਹੋਵੇ। ਪ੍ਰਭੂ ਯਿਸੂ ਮਸੀਹ, ਤੇਰੇ ਜਿੰਦਾ ਜਲਾਲੀ ਸਾਮਰਥ ਨਾਮ ਵਿੱਚ ਮੰਗਦੇ ਹਾਂ, ਆਮੀਨ। ਹਾਲੇਲੂਇਆ। ਖੁਦਾ ਦੇ ਪਵਿੱਤਰ ਵਚਨ ਦੀ ਅਸੀਂ ਤਾਰੀਫ ਕਰਦੇ ਹਾਂ। ਅਸੀਂ ਪੜ੍ਹਿਆ ਆ ਪਹਿਲਾ ਤਿਮੋਥੀਅਸ 2:8 ਵਿੱਚ ਸਾਫ਼ ਲਿਖਿਆ ਹੈ, ਇਸਤਰੀ ਨੂੰ ਚਾਹੀਦਾ ਹੈ ਵੀ ਉਹ ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੁਹਾਣੀ ਪੁਸ਼ਾਕ ਨਾਲ ਸਵਾਰਨ, ਨਾ ਗੁੰਦਿਆਂ ਹੋਇਆ ਵਾਲਾਂ ਅਤੇ ਸੋਨੇ ਜਾਂ ਮੋਤੀਆਂ ਜਾਂ ਭਾਰੇ ਮੁੱਲ ਦੇ ਵਸਤਰਾਂ ਨਾਲ, ਸਗੋਂ ਸ਼ੁਭ ਕਰਮਾਂ ਦੇ ਵਸੀਲੇ ਨਾਲ। ਠੀਕ ਹੈ, ਕਿਉਂਕਿ ਬਾਈਬਲ ਇਸੇ ਤਰ੍ਹਾਂ ਬਿਆਨ ਕਰਦੀ ਹੈ, ਇੱਕ ਔਰਤ ਹੈ ਜੋ ਇੱਕ ਭੈਣ ਹੈ, ਉਸਨੂੰ ਆਪਣੇ ਆਪ ਨੂੰ ਵਚਨ ਦੇ ਨਾਲ ਸ਼ਿੰਗਾਰਨਾ ਚਾਹੀਦਾ ਹੈ, ਨਾ ਕਿ ਕਿਸੇ ਵੀ ਤਰ੍ਹਾਂ ਉਹ ਆਪਣੇ ਆਪ ਨੂੰ ਹਾਰ ਸ਼ਿੰਗਾਰ ਕਰੇ ਜਾਂ ਫਿਰ ਕਿਸੇ ਤਰ੍ਹਾਂ ਦਾ ਮੇਕਅਪ ਕਰੇ। ਬਾਈਬਲ ਇਸ ਚੀਜ਼ ਨੂੰ ਮਨਾ ਕਰਦੀ ਹੈ, ਠੀਕ ਹੈ ਨਾ। ਤੇ ਉਸ ਇੱਕ ਔਰਤ ਨੂੰ, ਇੱਕ ਇਸਤਰੀ ਨੂੰ ਪ੍ਰਚਾਰ ਕਰਨ ਦੀ ਵੀ ਇਜਾਜ਼ਤ ਨਹੀਂ ਹੈ। ਉਹ ਸਿਰਫ ਬੈਠ ਕੇ ਪ੍ਰਚਾਰ ਨੂੰ ਸੁਣ ਸਕਦੀ, ਉਹ ਪ੍ਰਚਾਰ ਪੁਲਪੜ ਤੇ ਆ ਕੇ ਨਹੀਂ ਕਰ ਸਕਦੀ। ਲੇਕਿਨ ਅਸੀਂ ਵੇਖਦੇ ਹਾਂ ਅੱਜ ਪੁਲਪੜ ਦੇ ਉੱਪਰ ਔਰਤਾਂ ਪ੍ਰਚਾਰਕ ਬਣ ਚੁੱਕੀਆਂ ਨੇ। ਸਭ ਕੁਝ ਵਚਨ ਤੋਂ ਬਾਹਰ ਹੈ। ਸਾਡੇ ਯੁੱਗ ਦੇ ਨਬੀ ਭਾਈ ਵਿਲੀਅਮ ਮੈਰਿਨ ਬ੍ਰੈਨਮ ਨੇ ਕਿਹਾ ਹੈ, ਇਹ ਔਰਤ ਦਾ ਯੁੱਗ ਹੈ। ਹਰ ਪਾਸੇ ਔਰਤ ਦੀ ਹਕੂਮਤ ਚੱਲ ਰਹੀ ਹੈ। ਹਰ ਪਾਸੇ ਤੁਸੀਂ ਕਿਸੇ ਐਡ ਵਿੱਚ ਦੇਖ ਸਕਦੇ ਹੋ, ਔਰਤਾਂ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ। ਹਰ ਪਾਸੇ ਔਰਤ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਠੀਕ ਹੈ ਨਾ। ਹਰ ਪਾਸੇ ਕਿਸੇ ਵੀ ਤਰਫ ਤੁਸੀਂ ਦੇਖੋ, ਹਰ ਪਾਸੇ ਕਿਸੇ ਵੀ ਐਡਵਰਟਾਈਜ਼ਮੈਂਟ ਦੇ ਵਿੱਚ ਔਰਤ ਦਾ ਇਸਤੇਮਾਲ ਕੀਤਾ ਜਾਂਦਾ ਹੈ, ਠੀਕ ਹੈ। ਮੇਕਅਪ ਕਰਕੇ ਉਸ ਨੂੰ ਖੜਾ ਦਿੱਤਾ ਜਾਂਦਾ ਹੈ ਤਾਂ ਕਿ ਲੋਕ ਉਸ ਤੋਂ ਪ੍ਰਭਾਵਿਤ ਹੋਣ। ਇਸ ਕਰਕੇ ਨਬੀ ਨੇ ਕਿਹਾ ਇਹ ਔਰਤ ਦਾ ਯੁੱਗ ਹੈ। ਹਰ ਪਾਸੇ ਔਰਤ ਹੀ ਔਰਤ ਹੈ, ਲੇਕਿਨ ਖੁਦਾ ਦੀ ਬੇਟੀਆਂ ਕਦੇ ਵੀ ਵਚਨ ਤੋਂ ਬਾਹਰ ਕੰਮ ਨਹੀਂ ਕਰਦੀ। ਲੇਕਿਨ ਇਹ ਕਿਹਦਾ ਕੰਮ ਹੈ? ਜੋ ਵੀ ਵਚਨ ਤੋਂ ਬਾਹਰ ਕੰਮ ਹੋ ਰਿਹਾ ਹੈ, ਇਹ ਇਜ਼ਬਲ ਦਾ ਆਤਮਾ। ਨਬੀ ਨੇ ਕਿਹਾ ਆਤਮੇ ਕਦੇ ਨਹੀਂ ਮਰਦੇ। ਇਜ਼ਬਲ ਤਾਂ ਮਰ ਗਈ, ਉਸਨੂੰ ਕੁੱਤਿਆਂ ਨੇ ਖਾ ਲਿਆ, ਠੀਕ ਹੈ ਨਾ। ਜਿਸ ਤਰ੍ਹਾਂ ਏਲੀਆ ਨਬੀ ਨੇ ਕਿਹਾ ਸੀਗਾ ਵੀ ਉਸਨੂੰ ਕੁੱਤੇ ਖਾ ਜਾਣਗੇ, ਤੇ ਉਸੇ ਤਰ੍ਹਾਂ ਹੋਇਆ। ਉਸਦੇ ਮਾਂਸ ਨੂੰ ਕੁੱਤਿਆਂ ਨੇ ਖਾ ਲਿਆ, ਉਸਦੇ ਲਹੂ ਨੂੰ ਚੱਟਿਆ। ਲੇਕਿਨ ਇਜ਼ਬਲ ਦਾ ਆਤਮਾ ਹਲੇ ਵੀ ਇਸ ਧਰਤੀ ਤੇ ਕੰਮ ਕਰ ਰਿਹਾ ਹੈ, ਕਿਉਂਕਿ ਆਤਮੇ ਕਦੇ ਮਰਦੇ ਨਹੀਂ ਹਨ।
ਸਾਡੇ ਯੁੱਗ ਦੇ ਨਬੀ ਨੇ ਕਿਹਾ ਆਤਮੇ ਕਦੇ ਨਹੀਂ ਮਰਦੇ, ਆਤਮੇ ਹਮੇਸ਼ਾ ਕੰਮ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ ਇਜਬਲ ਦਾ ਆਤਮਾ ਵੀ ਅੱਜ ਕੰਮ ਕਰ ਰਿਹਾ ਹੈ। ਉਸਨੇ ਬਹੁਤ ਸਾਰੀਆਂ ਔਰਤਾਂ ਨੂੰ ਭਰਮਾਇਆ ਹੋਇਆ ਹੈ, ਇੱਥੇ ਤੱਕ ਕਿ ਉਸਨੇ ਮਰਦਾਂ ਨੂੰ ਵੀ, ਮਨੁੱਖਾਂ ਨੂੰ ਵੀ ਭਰਮਾ ਲਿਆ ਹੈ। ਕਿਉਂਕਿ ਅਸੀਂ ਵੇਖਦੇ ਹਾਂ ਬਾਈਬਲ ਬਿਆਨ ਕਰਦੀ ਹੈ ਕਿਸੇ ਵੀ ਔਰਤ ਦੇ ਉੱਪਰ ਪੁਰਖ ਦਾ ਪਹਿਰਾਵਾ ਨਹੀਂ ਹੋਣਾ ਚਾਹੀਦਾ, ਨਾ ਪੁਰਖ ਔਰਤਾਂ ਦਾ ਪਹਿਰਾਵਾ ਪਾ ਸਕਦਾ ਹੈ, ਪੁਰਾਣੇ ਨਿਯਮ 'ਚ ਲਿਖਿਆ ਹੈ। ਲੇਕਿਨ ਹਰ ਪਾਸੇ ਰੋਂਗ ਕੰਮ ਚੱਲ ਰਿਹਾ ਹੈ। ਔਰਤਾਂ ਮਰਦਾਂ ਵਾਲੇ ਲਿਬਾਸ ਪਾ ਰਹੀ ਹੈ ਤੇ ਮਰਦ ਔਰਤਾਂ ਵਾਲੇ ਲਿਬਾਸ ਪਾ ਰਹੇ ਹਨ। ਇੱਥੇ ਤੱਕ ਕਿ ਮਰਦ ਜਿਹੜੇ ਵੀ ਮਨੁੱਖ ਹਨ ਉਹ ਕੀ ਕਰਦੇ ਹਨ, ਕੰਨਾਂ ਵਿੱਚ ਬਾਲੀਆਂ, ਨੱਕ ਵਿੱਚ ਬਾਲੀਆਂ, ਆਪਣੇ ਹੋਠਾਂ ਤੇ ਬਾਲੀਆਂ, ਸਾਰਾ ਕੁਝ ਸਿਸਟਮ ਕੀ ਚੱਲ ਰਿਹਾ ਹੈ, ਗਲਤ ਚੱਲ ਰਿਹਾ ਹੈ। ਇਹ ਸਭ ਕੁਝ ਕੀ ਹੈ, ਬਾਈਬਲ ਤੋਂ ਬਾਹਰ ਹੈ। ਕਿਉਂਕਿ ਹਰ ਪਾਸੇ ਸ਼ੈਤਾਨ ਕੰਮ ਕਰ ਰਿਹਾ ਹੈ, ਇਜਬਲ ਦਾ ਆਤਮਾ ਕੰਮ ਕਰ ਰਿਹਾ ਹੈ। ਹਰ ਪਾਸੇ ਮਸੀਹ ਔਰਤਾਂ ਨੂੰ ਵੇਖੋ, ਨਬੀ ਨੇ ਕਿਹਾ ਇਹਨਾਂ ਲੋਕਾਂ ਦੇ ਪੁਲਪਟ ਕਮਜ਼ੋਰ ਹਨ ਜਿਹੜੇ ਸੱਚ ਦਾ ਪ੍ਰਚਾਰ ਨਹੀਂ ਕਰਦੇ। ਹਰ ਪਾਸੇ ਤੁਸੀਂ ਦੇਖੋ ਚਰਚਾਂ ਦੇ ਵਿੱਚ ਕੀ ਚੱਲ ਰਿਹਾ ਹੈ, ਮੇਕਅਪ ਕੀਤੀਆਂ ਹੋਈਆਂ ਔਰਤਾਂ ਬੈਠੀਆਂ ਹੁੰਦੀਆਂ ਹਨ, ਲੇਕਿਨ ਪਾਸਟਰ ਦੇ ਕੋਲ ਇਹੋ ਜਿਹਾ ਪ੍ਰਚਾਰ ਨਹੀਂ ਹੁੰਦਾ ਵੀ ਉਹ ਕਿਸ ਦਾ ਸੁਧਾਰ ਕਰ ਸਕੇ। ਇਸ ਕਰਕੇ ਨਬੀ ਨੇ ਕਿਹਾ ਇਹ ਔਰਤ ਦਾ ਯੁੱਗ ਹੈ, ਹਰ ਪਾਸੇ ਔਰਤ ਹੀ ਔਰਤ, ਠੀਕ ਹੈ ਨਾ। ਹਰ ਪਾਸੇ ਕੀ ਚੱਲ ਰਹੀ ਹੈ, ਔਰਤ, ਹਰ ਇੱਕ ਤਰਫ ਉਸਦੇ ਹੀ ਕਾਰਨਾਮੇ ਚੱਲ ਰਹੇ ਹਨ। ਹਰੇਕ ਮਨੁੱਖ ਔਰਤ ਦੇ ਪਿੱਛੇ ਹੈ, ਬਿਊਟੀ ਦੇ ਪਿੱਛੇ ਹੈ। ਕਿਉਂਕਿ ਸਾਡੇ ਯੁੱਗ ਦੇ ਨਬੀ ਨੇ ਕਿਹਾ ਸੁੰਦਰਤਾ ਸ਼ੈਤਾਨ ਵੱਲੋਂ ਹੈ। ਭਾਈ ਬ੍ਰਾਨਮ ਨੇ ਕਿਹਾ ਪਹਿਲੋਂ ਕਿਤੇ ਕਿਤੇ ਕੋਈ ਔਰਤ ਸੁੰਦਰ ਦਿਖਦੀ ਸੀ, ਲੇਕਿਨ ਤੁਸੀਂ ਹਰ ਪਾਸੇ ਦੇਖੋ ਅੱਜ ਔਰਤਾਂ ਸੁੰਦਰ ਹਨ। ਇਹ ਸਭ ਸ਼ੈਤਾਨ ਵੱਲੋਂ ਹੈ। ਇਹ ਸਾਰੀ ਸੁੰਦਰਤਾ ਕੀ ਹੈ, ਸ਼ੈਤਾਨ ਵੱਲੋਂ ਹੈ। ਲੇਕਿਨ ਪ੍ਰਭੂ ਯੀਸ਼ੂ ਮਸੀਹ ਕਰੈਕਟਰ ਵਿੱਚ ਪਾਇਆ ਜਾਂਦਾ ਹੈ, ਉਹ ਸੁੰਦਰਤਾ ਦੇ ਵਿੱਚ ਨਹੀਂ ਪਾਇਆ ਜਾਂਦਾ। ਸਾਡਾ ਪ੍ਰਭੂ ਕਰੈਕਟਰ ਦੇ ਵਿੱਚ ਪਾਇਆ ਜਾਂਦਾ ਹੈ, ਠੀਕ ਹੈ ਨਾ। ਜਿਹਦੇ ਵਿੱਚ ਖੁਦਾ ਦਾ ਕਰੈਕਟਰ ਹੈ, ਬਾਈਬਲ ਦੇ ਅਨੁਸਾਰ ਉਹੀ ਮਨੁੱਖ ਭੈਣ ਭਾਈ ਸੁੰਦਰ ਹੈ, ਬਾਕੀ ਕੋਈ ਵੀ ਸੁੰਦਰ ਨਹੀਂ ਹੈ। ਜਿਹਦੇ ਅੰਦਰ ਖੁਦਾ ਦਾ ਕਰੈਕਟਰ ਹੈ ਉਹੀ ਮਨੁੱਖ ਸੁੰਦਰ ਹੈ। ਲੇਕਿਨ ਅੱਜ ਲੋਕ ਬਾਹਰਲੀ ਸੁੰਦਰਤਾ ਨੂੰ ਪਸੰਦ ਕਰਦੇ ਹਨ, ਕਿਉਂਕਿ ਅੰਦਰਲੀ ਸੁੰਦਰਤਾ ਉਹਨਾਂ ਦੇ ਅੰਦਰ ਆ ਨਹੀਂ ਸਕਦੀ। ਕਿਉਂਕਿ ਅੰਦਰਲੀ ਸੁੰਦਰਤਾ ਕੌਣ ਹੈ, ਖੁਦ ਸਾਡਾ ਪ੍ਰਭੂ ਯੀਸ਼ੂ ਮਸੀਹ। ਜਿਹਦੇ ਅੰਦਰ ਆ ਜਾਂਦਾ ਹੈ ਉਹ ਮਨੁੱਖ ਅੰਦਰੋਂ ਤੇ ਬਾਹਰੋਂ ਦੋਨੋਂ ਪਾਸੇ ਸੁੰਦਰ ਹੋ ਜਾਂਦਾ ਹੈ ਫਿਰ, ਕਿਉਂਕਿ ਖੁਦਾ ਦਾ ਕਰੈਕਟਰ ਉਸਦੇ ਅੰਦਰ ਆ ਜਾਂਦਾ ਹੈ। ਲੇਕਿਨ ਨਬੀ ਨੇ ਕਿਹਾ, ਸਾਡੇ ਯੁੱਗ ਦੇ ਨਬੀ ਭਾਈ ਬ੍ਰਾਨਮ ਨੇ ਕਿਹਾ ਹਰ ਪਾਸੇ ਸ਼ੈਤਾਨ ਆਪਣੇ ਕੰਮ ਕਰ ਰਿਹਾ ਹੈ। ਤੁਸੀਂ ਕਿਤੇ ਵੀ ਜਗ੍ਹਾ ਤੇ ਚਲੇ ਜਾਓ, ਨਬੀ ਨੇ ਕਿਹਾ ਜੇ ਤੁਸੀਂ ਨਰਕ ਵੇਖਣਾ ਹੈ, ਤੁਸੀਂ ਬਾਜ਼ਾਰਾਂ ਵਿੱਚ ਨਰਕ ਨੂੰ ਵੇਖ ਸਕਦੇ ਹੋ, ਤੁਸੀਂ ਮੌਲਾਂ ਵਿੱਚ ਨਰਕ ਨੂੰ ਵੇਖ ਸਕਦੇ ਹੋ, ਜਿੱਥੇ ਛੋਟੇ ਛੋਟੇ ਕੱਪੜੇ ਪਾਈਆਂ ਹੋਈਆਂ ਔਰਤਾਂ, ਰੰਗ ਰੋਗਨ ਮੇਕਅਪ ਕੀਤੀਆਂ ਹੋਈਆਂ ਔਰਤਾਂ ਤੁਹਾਨੂੰ ਦਿਖਣਗੀਆਂ। ਨਬੀ ਨੇ ਕਿਹਾ ਇਹ ਸਭ ਚੱਲਦਾ ਫਿਰਦਾ ਹੋਇਆ ਨਰਕ ਹੈ। ਧਰਤੀ ਦੇ ਉੱਪਰ ਤੁਸੀਂ ਨਰਕ ਨੂੰ ਵੇਖ ਸਕਦੇ ਹੋ। ਇਸ ਕਰਕੇ ਮਸੀਹ ਔਰਤਾਂ ਨੂੰ ਇਜਾਜ਼ਤ ਨਹੀਂ ਹੈ, ਮਸੀਹ ਭੈਣਾਂ ਨੂੰ ਇਜਾਜ਼ਤ ਨਹੀਂ ਹੈ ਵੀ ਉਹ ਕਿਸੇ ਵੀ ਤਰ੍ਹਾਂ ਦਾ ਮੇਕਅਪ ਕਰੇ ਜਾਂ ਮਰਦਾਂ ਵਾਲੇ ਕੱਪੜੇ ਪਾਏ। ਲੇਕਿਨ ਇਹ ਸਭ ਕੌਣ ਕਰ ਰਿਹਾ ਹੈ, ਇਜਬਲ ਦਾ ਆਤਮਾ ਲੋਕਾਂ ਦੇ ਅੰਦਰ ਵੜ ਰਿਹਾ ਹੈ। ਲੇਕਿਨ ਖੁਦਾ ਦੀ ਬੇਟੀਆਂ ਨੂੰ, ਖੁਦਾ ਦੇ ਬੇਟਿਆਂ ਨੂੰ ਕੋਈ ਵੀ ਆਤਮਾ ਭਰਮਾ ਨਹੀਂ ਸਕਦਾ, ਕਿਉਂਕਿ ਉਹ ਪਵਿੱਤਰ ਆਤਮਾ ਦੁਆਰਾ ਮੋਹਰਬੰਦ ਕੀਤੇ ਗਏ ਹਨ। ਤੇ ਜਿਹੜੇ ਲੋਕ ਖੁਦਾ ਦੇ ਦੁਆਰਾ ਮੋਹਰਬੰਦ ਕੀਤੇ ਗਏ ਹਨ ਉਹੀ ਉਸ ਦੀ ਦੁਲਹਨ ਹੈ। ਕਿਉਂਕਿ ਖੁਦਾਵੰਦ ਸਿਰਫ ਆਪਣੀ ਦੁਲਹਨ ਨੂੰ ਮੋਹਰਬੰਦ ਕਰਦਾ ਹੈ। ਖੁਦਾਵੰਦ ਆਪਣੀ ਦੁਲਹਨ ਨੂੰ ਮੋਹਰਬੰਦ ਕਰਦਾ ਹੈ, ਉਸਦੇ ਉੱਪਰ ਮੋਹਰ ਲਗਾ ਦਿੰਦਾ ਹੈ। ਆਪਣੇ ਲਹੂ ਦੇ ਦੁਆਰਾ ਉਸਨੇ ਉਹਨਾਂ ਨੂੰ ਮੁੱਲ ਲਿਆ ਹੋਇਆ ਹੈ। ਲੇਕਿਨ ਜਿਹੜੇ ਲੋਕ ਖੁਦਾ ਦੀ ਰੇਂਜ ਤੋਂ ਬਾਹਰ ਹਨ, ਸ਼ੈਤਾਨ ਉਹਨਾਂ ਨੂੰ ਕੀ ਕਰਦਾ ਹੈ, ਭਰਮਾਉਂਦਾ ਹੈ। ਕਿਉਂਕਿ ਖੁਦਾ ਦੀ ਬੇਟੀਆਂ ਇਹੋ ਜਿਹੇ ਕੰਮ ਨਹੀਂ ਕਰਦੀਆਂ ਵੀ ਬਾਹਰੀ ਰੰਗ ਰੋਗਨ ਲਗਾਉਣ, ਲਿਪਸਟਿਕਾਂ ਲਗਾਉਣ, ਠੀਕ ਆ, ਆਈਬ੍ਰੋ ਬਣਾਉਣ, ਛੋਟੇ ਵਾਲ ਕਟਾਉਣ ਆਪਣੇ, ਠੀਕ ਆ। ਇਹ ਸਭ ਕੁਝ ਬਾਈਬਲ ਤੋਂ ਬਾਹਰ ਦੀ ਸਿੱਖਿਆ ਹੈ, ਸਭ ਕੁਝ ਸ਼ੈਤਾਨੀ ਸਿੱਖਿਆ ਹੈ। ਇਸ ਕਰਕੇ ਸਾਡੇ ਯੁੱਗ ਦੇ ਨਬੀ ਨੇ ਕਿਹਾ ਸ਼ੈਤਾਨ ਨੇ ਲੋਕਾਂ ਨੂੰ ਭਰਮਾ ਲਿਆ ਹੈ। ਇੱਥੇ ਤੱਕ ਕਿ ਛੋਟੀ ਛੋਟੀ ਕੁੜੀਆਂ ਨੂੰ, 5-5, 7-7 ਸਾਲ ਦੀ ਛੋਟੀ ਛੋਟੀ ਜਿਹੜੀ ਬੱਚੀਆਂ ਹਨ ਉਹ ਵੀ ਮੇਕਅਪ ਕਰਦੀਆਂ ਹਨ, ਕਿਉਂਕਿ ਉਹਨਾਂ ਦੀ ਮਾਵਾਂ ਵੀ ਇਸੇ ਤਰ੍ਹਾਂ ਕਰਦੀਆਂ ਹਨ, ਠੀਕ ਹੈ। ਅਸੀਂ ਬਾਈਬਲ ਵਿੱਚ ਦੇਖਦੇ ਹਾਂ ਇਜਬਲ ਨਾਮ ਦੀ ਇੱਕ ਔਰਤ ਸੀ। ਭਾਈ ਬ੍ਰਾਨਮ ਨੇ ਕਿਹਾ ਉਹ ਬੜੀ ਛੋਟੀ ਤੇ ਪਿਆਰੀ ਜੀ ਕੁੜੀ ਸੀ। ਜਦੋਂ ਬਚਪਨ ਦੇ ਵਿੱਚ ਛੋਟੀ ਸੀ, ਕਹਿੰਦਾ नबी ने किया वो अपनी माँ की गोद में इधर उधर कूदती थी।
वो एक अन्य छोटी बच्चियों जैसी छोटी बच्ची थी। भाई ब्रानम कहते जिद्दां होर छोटियां बच्चियां सी उसी तरह वो भी छोटी बच्ची थी, और उसके माता पिता ने कभी भी अपने दिमाग में सोचा नहीं था कि वह लड़की का नाम इतिहास में इतना ज्यादा क्रूरता और गुनाह के उदाहरणों में से एक माना जाएगा। भी ਉਹਦੇ ਮਾਪਿਓ ਨੇ ਕਦੇ ਸੋਚਿਆ ਨਹੀਂ ਹੋਣਾ ਵੀ ਇਜਬਲ ਜਿਹੜੀ ਕਿ ਛੋਟੀ ਜੀ ਪਿਆਰੀ ਬੱਚੀ ਸੀਗੀ, ਜਦੋਂ ਉਹਦੇ ਮਾਪਿਓ ਨੇ ਕਦੇ ਸੋਚਿਆ ਨਹੀਂ ਹੋਊਗਾ ਵੀ ਇੰਨੀ ਕਰੂਰਤਾ ਦੇ ਨਾਲ ਉਹਦਾ ਨਾਮ ਲਿਆ ਜਾਏਗਾ, ਕਿਉਂਕਿ ਬਾਈਬਲ ਦੇ ਵਿੱਚ ਇੱਕ ਹੀ ਔਰਤ ਦਾ ਨਾਮ ਸਭ ਤੋਂ ਉੱਪਰ ਆਂਦਾ ਹੈ ਜਿਹੜੀ ਸਭ ਤੋਂ ਗੰਦੀ ਮੰਨੀ ਗਈ ਤੇ ਸਭ ਤੋਂ ਜ਼ਿਆਦਾ ਜਿਸਨੇ ਕਰੂਰਤਾ ਵਾਲੇ ਕੰਮ ਕੀਤੇ, ਉਹਦਾ ਨਾਮ ਇਜ਼ਾਬੇਲ ਸੀ। ਤੇ ਉਸੇ ਇਜ਼ਾਬੇਲ ਦਾ ਆਤਮਾ ਅੱਜ ਲੋਕਾਂ ਨੂੰ ਕੀ ਕਰ ਰਿਹਾ ਹੈ, ਭਰਮਾ ਰਿਹਾ ਹੈ। ਮਸੀਹ ਔਰਤਾਂ ਮੇਕਅਪ ਨਹੀਂ ਕਰ ਸਕਦੀਆਂ, ਬਾਲ ਨਹੀਂ ਕਟਾ ਸਕਦੀਆਂ, ਪੈਂਟਾਂ ਨਹੀਂ ਪਾ ਸਕਦੀਆਂ, ਲੇਕਿਨ ਇਹ ਸਭ ਕਿੱਥੋਂ ਆਇਆ? ਸ਼ੈਤਾਨ ਵੱਲੋਂ। ਇਜ਼ਾਬੇਲ ਦਾ ਆਤਮਾ ਇੱਕ ਸ਼ੈਤਾਨੀ ਆਤਮਾ ਹੈ ਜੋ ਕਿ ਲੋਕਾਂ ਨੂੰ ਭਰਮਾ ਰਿਹਾ ਹੈ। ਉਹ ਚਰਚਾਂ ਵਿੱਚ ਜਾ ਵੜਿਆ ਹੈ, ਲੇਕਿਨ ਚੁਣੇ ਹੋਇਆਂ ਦੇ ਕੋਲ ਆਤਮੇ ਨਹੀਂ ਆਉਂਦੇ, ਕਿਉਂਕਿ ਚੁਣੇ ਹੋਇਆਂ ਦੇ ਕੋਲ ਕੀ ਹੈ? ਪਵਿੱਤਰ ਆਤਮਾ। ਤੇ ਜਿਹਦੇ ਕੋਲ ਪਵਿੱਤਰ ਆਤਮਾ ਹੈ ਉਸਦੇ ਕੋਲ ਕੋਈ ਸ਼ੈਤਾਨੀ ਆਤਮਾ ਕਦੇ ਨਹੀਂ ਆ ਸਕਦਾ। ਇਸ ਕਰਕੇ ਚੁਣੇ ਹੋਏ ਲੋਕ ਇਹੋ ਜਿਹੇ ਕੰਮ ਨਹੀਂ ਕਰਦੇ। ਇਹ ਸਭ ਕੌਣ ਕਰਦਾ ਹੈ? ਜਿਹੜਾ ਖੁਦਾ ਦੀ ਰੇਂਜ ਤੋਂ ਬਾਹਰ ਹੈ। ਲੇਕਿਨ ਜਿਹੜਾ ਖੁਦਾ ਦੀ ਰੇਂਜ ਦੇ ਵਿੱਚ ਹੈ, ਉਹਦੇ ਵਿਚਾਰਾਂ 'ਚ ਪਾਇਆ ਗਿਆ ਹੈ, ਉਸਨੇ ਉਹੀ ਕੰਮ ਕਰਨਾ ਜੋ ਵਚਨ ਕਹਿੰਦਾ ਹੈ। ਕਿਉਂਕਿ ਮਸੀਹ ਭੈਣ ਭਾਈ ਉਦਾਂ ਹੀ ਕੱਪੜੇ ਪਾਵੇਗਾ, ਉਦਾਂ ਦਾ ਹੀ ਜੀਵਨ ਬਤੀਤ ਕਰੇਗਾ ਸੰਸਾਰ ਦੇ ਵਿੱਚ ਜਿੱਦਾਂ ਦਾ ਬਾਈਬਲ ਦੱਸਦੀ ਹੈ। ਖੁਦਾ ਦੇ ਲੋਕ ਕਦੇ ਵਚਨ ਤੋਂ ਬਾਹਰ ਕੰਮ ਨਹੀਂ ਕਰਦੇ, ਠੀਕ ਹੈ ਨਾ। ਇਸ ਕਰਕੇ ਨਬੀ ਨੇ ਕਿਹਾ ਵੀ ਉਹ ਬੜੀ ਹੀ ਕਰੂਰ ਔਰਤ ਸੀਗੀ ਜਿਹਦੇ ਬਾਰੇ ਬਾਈਬਲ ਵਿੱਚ ਲਿਖਿਆ ਗਿਆ। नबी ने क्या? वो एक छोटी इजबेल, वो एक छोटी लड़की घर में चारों ओर उछलती कूदती थी। ਜਦੋਂ ਉਹ ਛੋਟੀ ਸੀ ਕਿਸਨੇ ਨਹੀਂ ਸੋਚਿਆ ਸੀਗਾ, ਉਹਦੇ ਮਾਪਿਓ ਨੂੰ ਨਹੀਂ ਪਤਾ ਸੀਗਾ ਵੀ ਇੰਨੀ ਕਰੂਰਤਾ ਦੇ ਨਾਲ ਇਹਦਾ ਨਾਮ ਲਿਆ ਜਾਵੇਗਾ। उसके माँ बाप इतना भी नहीं जानते थे कि आगे चलकर वो इस तरह की निकलेगी। ਨਬੀ ਕਹਿੰਦੇ ਉਹਦੇ ਮਾਪਿਓ ਨੂੰ ਨਹੀਂ ਪਤਾ ਸੀ, ਇਜਬਲ ਦੇ ਮਾਪਿਓ ਨੂੰ ਵੀ ਅੱਗੇ ਜਾ ਕੇ ਇਦਾਂ ਦੀ ਨਿਕਲੂਗੀ ਇਹ। वह एक मूर्ति पूजक थी और जो शिक्षा आपको घर में मिलती है और किस किस्म की शिक्षा आप सुनते हैं वही आप में वास्तविकता में होती है। नबी कहता वही वास्तविकता में आपके अंदर होती है। जितना दी सिक्ख्या तुहानू मिलती है उदां दा ही तुहाडा जीवन हो जाता है। और उसे यह सिखाया गया था यहोवा खुदा से नफरत करो, क्योंकि उसका खुदा बाल था, क्योंकि वो बाल दे उपासक सीगे। इजबल बाल दी उपासक सी, उन्हें यही सिखाया गया सी खुदा तो नफरत करनी है, उसके लोगों तो नफरत करनी है, और उसे खुदा से और खुदा के लोगों से नफरत करना सिखाया गया था। और वो यह भी नफरत जो उसके हृदय में थी, जिसने उसको ये बनाया था, कहते ਉਹਦੇ अंदर एक नफरत सी जिन्हें ਉਹਨੂੰ ਇਦਾਂ ਦਾ ਬਣਾ ਦਿੱਤਾ ਸੀਗਾ, ठीक है। और मैं कल्पना कर सकता हूं कि अहाब एक सुंदर व्यक्ति था। भाई ब्रानम कहते अहाब एक सुंदर व्यक्ति सी, ਹੁਣ ਉਹਨੂੰ ਪਤਾ ਸੀਗਾ ਵੀ ਇਹਨੂੰ ਮੈਂ ਕਿਸ ਤਰ੍ਹਾਂ ਆਪਣੇ ਜਾਲ 'ਚ ਫਸਾਣਾ ਹੈ। ਤੇ ਨਬੀ ਨੇ ਕਿਹਾ ਉਸਨੇ ਮੇਕਅਪ ਕੀਤਾ, ਰੰਗ ਰੋਗਨ ਕੀਤਾ, ਕਿਉਂਕਿ ਰੰਗ ਰੋਗਨ ਕਰਨਾ, ਮੂੰਹ ਦੇ ਉੱਪਰ ਆਪਣਾ ਮੂੰਹ ਰੰਗਣਾ, ਇਹ ਮਸੀਹ ਦੇ ਵਿੱਚ ਨਹੀਂ ਹੈ। ਬਾਈਬਲ ਇਸ ਨੂੰ ਨਹੀਂ ਸਿਖਾਉਂਦੀ। ਇਹ ਸਭ ਮੂਰਤੀ ਪੂਜਕਾਂ ਦਾ ਤਿਉਹਾਰ ਹੈ, ਮੂਰਤੀ ਪੂਜਕਾਂ ਦਾ ਸਿਸਟਮ ਹੈ, ਠੀਕ ਹੈ। ਇਹ ਬਾਈਬਲ ਦੇ ਵਿੱਚ ਨਹੀਂ ਪਾਇਆ ਜਾਂਦਾ, ਇਹ ਬਾਈਬਲ ਤੋਂ ਬਾਹਰ ਹੈ ਸਭ ਕੁਝ, ਠੀਕ ਹੈ। ਇਹ ਮੂਰਤੀ ਪੂਜਕਾਂ ਦਾ ਇੱਕ ਸਿਸਟਮ ਸੀਗਾ। और इसलिए इजबल अपने घर में एक चीज को सीखा, अपने चेहरे को रंगना। उन्होंने की सीखिया क्योंकि ਉਹਦੇ ਮਾਪਿਓ ਮੂਰਤੀ ਪੂਜਕ ਸੀ, ਠੀਕ ਹੈ। ਉਹਨੇ ਵੀ ਉਹੀ ਚੀਜ਼ਾਂ ਸਿੱਖਣੀਆਂ ਸੀਗੀਆਂ। ਇਸ ਕਰਕੇ ਸਾਡੇ ਯੁੱਗ ਦੇ ਨਬੀ ਨੇ ਕਿਹਾ ਮਾਂ ਇੱਕ ਬਹੁਤ ਵੱਡੀ ਸਿੱਖਿਅਕ ਹੈ। ਮਾਂ ਜੋ ਆਪਣੇ ਬੱਚਿਆਂ ਨੂੰ ਸਿਖਾਵੇਗੀ ਬੱਚੇ ਉਸ ਤਰ੍ਹਾਂ ਹੀ ਸਿੱਖਣਗੇ, ਕਿਉਂਕਿ ਮਾਂ ਕੌਣ ਹੈ? ਇੱਕ ਟੀਚਰ ਹੈ। ਛੋਟੇ ਬੱਚੇ ਬਾਈਬਲ ਨਹੀਂ ਜਾਣਦੇ, ਲੇਕਿਨ ਉਹਨਾਂ ਦੀ ਮਾਂ ਉਹਨਾਂ ਦੀ ਟੀਚਰ ਹੁੰਦੀ ਹੈ। ਉਹਨਾਂ ਦੀ ਮਾਂ ਹੀ ਉਹਨਾਂ ਦੀ ਬਾਈਬਲ ਹੁੰਦੀ ਹੈ, ਜੋ ਉਹਨਾਂ ਨੂੰ ਪਹਿਲੋਂ ਸਿੱਖਿਆ ਦਿੰਦੀ ਹੈ। ਜੇ ਇੱਕ ਮਾਂ
ਮਸੀਹ ਹੈ ਤੇ ਆਪਣੇ ਬੱਚਿਆਂ ਨੂੰ ਮਸੀਹ ਸਿੱਖਿਆ ਦੇਵੇਗੀ। ਲੇਕਿਨ ਜੇ ਇੱਕ ਮਾਂ ਨਹੀਂ ਹੈ, ਇੱਕ ਔਰਤ ਹੈ, ਤੇ ਉਹ ਕੀ ਕਰੇਗੀ? ਨਬੀ ਨੇ ਕਿਹਾ ਮਾਂ ਉਹ ਹੁੰਦੀ ਹੈ ਜਿਹਦੇ ਅੰਦਰ ਵਚਨ ਹੈ, ਲੇਕਿਨ ਜਿਸ ਦੇ ਅੰਦਰ ਵਚਨ ਨਹੀਂ ਹੈ ਉਹ ਮਾਂ ਨਹੀਂ ਹੈ, ਉਹ ਕੀ ਹੈ? ਇੱਕ ਔਰਤ ਹੈ। ਤੇ ਉਹ ਔਰਤ ਕੀ ਕਰੇਗੀ? ਆਪਣੇ ਬੱਚਿਆਂ ਨੂੰ ਸੰਸਾਰਿਕ ਸਿੱਖਿਆ ਦੇਵੇਗੀ। ਡਿਸਕੋ ਡਾਂਸ ਸਿੱਖੋ, ਮੇਕਅਪ ਕਰੋ, ਲੋਕਾਂ ਨੂੰ ਖੁਸ਼ ਕਰੋ। ਲੇਕਿਨ ਮਸੀਹ ਜੋ ਕਿ ਇੱਕ ਮਾਂ ਹੈ, ਉਹ ਕੀ ਕਰੇਗੀ? ਆਪਣੇ ਬੱਚਿਆਂ ਨੂੰ ਬਾਈਬਲ ਦੀ ਸਿੱਖਿਆ ਦੇਵੇਗੀ, ਕਿਉਂਕਿ ਉਹਦੇ ਅੰਦਰ ਖੁਦਾ ਦਾ ਆਤਮਾ ਹੁੰਦਾ ਹੈ ਤੇ ਖੁਦਾ ਦਾ ਆਤਮਾ ਕਦੇ ਵੀ ਆਪਣੇ ਬੱਚਿਆਂ ਨੂੰ ਗਲਤੀ ਨਹੀਂ ਕਰਨ ਦਿੰਦਾ। ਜੇ ਮਾਂ ਦੇ ਅੰਦਰ ਖੁਦਾ ਦਾ ਆਤਮਾ ਹੈ ਤੇ ਉਹ ਮਾਂ ਆਪਣੇ ਬੱਚਿਆਂ ਨੂੰ ਬਾਈਬਲ ਦੀ ਸਿੱਖਿਆ ਦੇਵੇਗੀ। ਲੇਕਿਨ ਅਸੀਂ ਵੇਖਦੇ ਹਾਂ ਅੱਜ ਆਪਣੇ ਆਪ ਨੂੰ ਮਸੀਹ ਕਹਿਣ ਵਾਲੇ ਲੋਕਾਂ ਨੂੰ, ਉਹ ਆਪਣੇ ਬੱਚਿਆਂ ਨੂੰ ਬਾਈਬਲ ਦੀ ਸਿੱਖਿਆ ਨਹੀਂ ਦਿੰਦੇ। ਉਹਨਾਂ ਨੂੰ ਸ਼ਰਮ ਆਉਂਦੀ ਹੈ ਬਾਈਬਲ ਦੀ ਸਿੱਖਿਆ ਦਿੰਦੇ ਹੋਏ। ਉਹ ਸੰਸਾਰ ਦੀ ਸਿੱਖਿਆ ਆਪਣੇ ਬੱਚਿਆਂ ਨੂੰ ਦਿੰਦੇ ਹਨ ਵੀ ਤੂੰ ਡਿਸਕੋ ਡਾਂਸ ਸਿੱਖ ਲਾ, ਤੂੰ ਕਲਾਸਾਂ ਲਾ ਡਿਸਕੋ ਡਾਂਸ ਦੀਆਂ, ਤੂੰ ਮੇਕਅਪ ਕਰ, ਤੂੰ ਸੋਹਣਾ ਦਿਖ, ਤੂੰ ਸੰਸਾਰਿਕ ਕੰਮ ਕਰ। ਇਹ ਸਭ ਕੀ ਹੈ? ਸ਼ਲੇਟੇ ਦਾ ਕੰਮ ਹੈ, ਸ਼ੈਤਾਨ ਦਾ ਕੰਮ ਹੈ, ਮਸੀਹ ਲੋਕਾਂ ਦੇ ਕੰਮ ਨਹੀਂ ਹਨ। ਲੇਕਿਨ ਨਬੀ ਕਹਿੰਦਾ ਸ਼ੈਤਾਨ ਨੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਇਆ ਹੋਇਆ ਹੈ। ਕਿਹੜੇ ਲੋਕਾਂ ਨੂੰ? ਜਿਹੜੇ ਮਸੀਹ ਤੋਂ ਦੂਰ ਹਨ, ਵਚਨ ਤੋਂ ਦੂਰ ਹਨ। ਲੇਕਿਨ ਜਿਹੜੇ ਵਚਨ ਦੇ ਅੰਦਰ ਪਾਏ ਜਾਂਦੇ ਹਨ, ਜਿਹੜੇ ਖੁਦਾ ਦੁਆਰਾ ਮੋਹਰਬੰਦ ਕੀਤੇ ਗਏ ਹਨ, ਉਹਨਾਂ ਲੋਕਾਂ ਨੂੰ ਸ਼ੈਤਾਨ ਛੂ ਵੀ ਨਹੀਂ ਸਕਦਾ। ਠੀਕ ਹੈ ਨਾ? ਨੁਕਸਾਨ ਕਰਨ ਦੀ ਗੱਲ ਤਾਂ ਦੂਰ ਹੈ, ਕਿਉਂਕਿ ਅਸਲੀ ਸੱਚੇ ਮਸੀਹ ਆਪਣੇ ਖੁਦਾ ਦੇ ਲਈ ਹਰ ਇੱਕ ਚੀਜ਼ ਦਾ ਤਿਆਗ ਕਰ ਦਿੰਦੇ ਹਨ। ਠੀਕ ਹੈ? ਪੈਸਾ, ਧਨ ਦੌਲਤ, ਸ਼ੋਹਰਤ, ਹਰੇਕ ਚੀਜ਼ ਦਾ ਉਹ ਤਿਆਗ ਕਰ ਦਿੰਦੇ ਹਨ ਤੇ ਖੁਦਾ ਨੂੰ ਆਪਣਾ ਜੀਵਨ ਸਮਰਪਿਤ ਕਰਦੇ ਹਨ। ਤੇ ਖੁਦਾ ਵੀ ਇਹੋ ਜਿਹੇ ਸਮਰਪਿਤ ਲੋਕਾਂ ਨੂੰ ਪਸੰਦ ਕਰਦਾ ਹੈ। इस करके नबी ने क्या? वह मूर्ति पूजकों का रिवाज है। कोई भी रंग रोगन संसार में मुंह पर लगाने के लिए नहीं था, परंतु चेहरे पर सभी प्रकार के रंग रोगन लगाना मूर्ति पूजकों से शुरू हुआ था, जिसकी विश्वासियों द्वारा निंदा की जाती है। नबी कहना विश्वासियों द्वारा निंदा की जाती है ਇਹੋ ਜਿਹੇ ਕੰਮਾਂ ਦੀ। लेकिन इजबल ने वही काम किया जो उसे सिखाया गया था, क्योंकि जो उन्होंने अपने विरसे जो सिक्ख्या ਸੀ ਉਹਨੇ ਉਹੀ ਕੰਮ ਕਰਨਾ ਸੀ। ਲੇਕਿਨ ਸਾਨੂੰ ਬਾਈਬਲ, ਮਸੀਹ ਲੋਕਾਂ ਨੂੰ ਮੇਕਅਪ ਕਰਨਾ, ਵਾਲ ਕਟਾਣਾ, ਮਨੁੱਖਾਂ ਦੇ ਕੱਪੜੇ ਪਾਣੇ, ਬੰਦਿਆਂ ਵਾਲੇ ਕੱਪੜੇ ਪਾਣੇ, ਇਹ ਸਾਨੂੰ ਬਾਈਬਲ ਨਹੀਂ ਸਿਖਾਉਂਦੀ। ਬਾਈਬਲ ਸਾਨੂੰ ਇਹ ਚੀਜ਼ਾਂ ਤੋਂ ਮਨਾ ਕਰਦੀ ਹੈ। ਠੀਕ ਹੈ? ਲੇਕਿਨ ਸ਼ੈਤਾਨ ਨੇ ਲੋਕਾਂ ਨੂੰ ਭਰਮਾ ਲਿਆ ਹੈ। ਇਸ ਕਰਕੇ ਸਾਡਾ ਯੁੱਗ ਦਾ ਨਬੀ ਕਹਿੰਦਾ ਹਰ ਪਾਸੇ ਹਨੇਰਾ ਹੀ ਹਨੇਰਾ ਹੈ। ਸ਼ੈਤਾਨ ਨੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਹੈ। ਲੋਕ ਆਪਣੇ ਆਪ ਨੂੰ ਮਸੀਹ ਕਹਿੰਦੇ ਹਨ। ਲਿਪਸਟਿਕ ਲਗਾਈਆਂ ਹੋਈਆਂ ਔਰਤਾਂ, ਕੰਨਾਂ ਵਿੱਚ ਬਾਲੀਆਂ ਪਾਈਆਂ ਹੋਈਆਂ ਔਰਤਾਂ, ਨੱਕ ਵਿੱਚ ਬਾਲੀਆਂ, ਠੀਕ ਹੈ, ਸਰੀਰ ਦੇ ਕਈ ਹਿੱਸਿਆਂ ਤੇ ਬਾਲੀਆਂ ਲੋਕਾਂ ਨੇ ਪਾਈਆਂ ਹੋਈਆਂ ਹਨ। ਫਿਰ ਉਹ ਕਹਿੰਦੇ ਹਨ ਸਾਡੇ ਕੋਲ ਪਵਿੱਤਰ ਆਤਮਾ ਹੈ। ਇਹ ਪਵਿੱਤਰ ਆਤਮਾ ਨਹੀਂ ਹੈ। ਜੇ ਕੋਈ ਗੈਰ ਭਾਸ਼ਾ ਬੋਲ ਰਿਹਾ ਹੈ ਲਿਪਸਟਿਕ ਲਗਾ ਕੇ, ਪਵਿੱਤਰ ਆਤਮਾ ਨਹੀਂ, ਉਹ ਦੁਸ਼ਟ ਆਤਮਾ ਹੈ। ਠੀਕ ਹੈ? ਇਸ ਕਰਕੇ ਬਹੁਤ ਸਾਰੇ ਲੋਕ ਗਲਤ ਫਹਿਮੀ ਵਿੱਚ ਜੀਵਨ ਬਤੀਤ ਕਰ ਰਹੇ ਹਨ, ਕਿਉਂਕਿ ਸ਼ੈਤਾਨ ਨੇ ਉਹਨਾਂ ਦੇ ਦਿਮਾਗਾਂ ਵਿੱਚ ਪਾ ਦਿੱਤਾ ਹੈ ਤੁਸੀਂ ਜੋ ਕਰਦੇ ਹੋ ਸਹੀ ਕਰ ਰਹੇ ਹੋ। ਬਾਈਬਲ ਪੜ੍ਹੋ, ਚਰਚ ਜਾਓ, ਦਸ਼ਮਾਂਸ਼ ਦਿਓ, ਬਸ ਜੋ ਮਰਜ਼ੀ ਕਰੀ ਜਾਓ। ਲੇਕਿਨ ਮਸੀਹ ਲੋਕਾਂ ਦੀ ਕੋਈ ਨਿਸ਼ਾਨੀ ਹੁੰਦੀ ਹੈ। ਮਸੀਹ ਲੋਕ ਸੰਸਾਰ ਤੋਂ ਅੱਡ ਕੀਤੇ ਗਏ ਲੋਕ ਹਨ। ਉਹ ਵਚਨ ਦੇ ਦੁਆਰਾ ਜੀਵਨ ਬਤੀਤ ਕਰਦੇ ਹਨ। ਠੀਕ ਹੈ? ਸੰਸਾਰਿਕ ਗਿਆਨ ਦੇ ਦੁਆਰਾ ਜੀਵਨ ਨਹੀਂ ਬਤੀਤ ਕਰਦੇ, ਕਿਉਂਕਿ ਖੁਦਾਵੰਦ ਸੰਸਾਰਿਕ ਗਿਆਨ ਨੂੰ ਪਸੰਦ ਨਹੀਂ ਕਰਦਾ। ਖੁਦਾਵੰਦ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਹੈ ਜੋ ਬਾਈਬਲ ਦੀ ਬੁੱਧ ਦੇ ਦੁਆਰਾ ਚੱਲਦੇ ਹਨ। ਜਿਹਦੇ ਕੋਲ ਵਚਨ ਹੈ ਉਸਦੇ ਕੋਲ ਬਾਈਬਲ ਦੀ ਬੁੱਧ ਹੈ। ਲੇਕਿਨ ਜਿਸ ਦੇ ਕੋਲ ਵਚਨ ਨਹੀਂ ਹੈ ਉਸਦੇ ਕੋਲ ਬਾਈਬਲ ਦੀ ਕੋਈ ਵੀ ਬੁੱਧ ਨਹੀਂ ਹੈ, ਕਿਉਂਕਿ ਮਨੁੱਖੀ ਬੁੱਧ ਨਾਸ਼ਵਾਨ ਹੈ। ਜੇ ਕੋਈ ਆਪਣਾ ਗਿਆਨ ਰੱਖਦਾ ਹੈ, ਮਨੁੱਖੀ ਗਿਆਨ ਰੱਖਦਾ ਹੈ, ਤੇ ਖੁਦਾਵੰਦ ਇਹੋ ਜਿਹੇ ਬੰਦੇ ਨੂੰ ਪਸੰਦ ਨਹੀਂ ਕਰਦਾ। ਖੁਦਾ ਨੂੰ ਉਹ ਲੋਕ ਚਾਹੀਦੇ ਹਨ ਜਿਹੜੇ ਖੁਦਾ ਦੀ ਬੁੱਧ ਦੁਆਰਾ ਚੱਲਦੇ ਹਨ। ਕਿਉਂਕਿ ਮੂਸਾ ਨੂੰ ਵੀ, ਮੈਂ ਤੁਹਾਨੂੰ ਪਿਛਲੇ ਸੰਡੇ ਵੀ ਦੱਸਿਆ ਸੀ, ਮੂਸਾ ਨੂੰ ਵੀ ਖੁਦਾ ਨੇ ਜਦੋਂ ਇਸਤੇਮਾਲ ਕੀਤਾ, ਉਸਦੀ ਬਾਹਰੀ ਬੁੱਧ ਜੋ ਵੀ ਉਸਨੇ ਸਿੱਖਿਆ ਲਈ ਸੀ ਮਿਸਰ ਦੇ ਵਿੱਚੋਂ, ਸਭ ਖੁਦਾ ਨੇ ਦੂਰ ਕਰ ਦਿੱਤੀ ਤੇ ਆਪਣੇ ਵਚਨ ਦੀ ਸਿੱਖਿਆ ਦੇ ਦੁਆਰਾ ਉਹਨੂੰ ਚਲਾਇਆ। ਤੇ ਖੁਦਾ ਨੂੰ 40 ਸਾਲ ਲੱਗ ਗਏ। ਨਬੀ ਨੇ ਕਿਹਾ, ਸਾਡੇ ਯੁੱਗ ਦੇ ਨਬੀ ਭਾਈ ਇਬਰਾਹਿਮ ਨੇ ਕਿਹਾ, ਮੂਸਾ ਨੂੰ ਸਿਖਾਉਂਦੇ ਸਿਖਾਉਂਦੇ ਖੁਦਾ ਨੂੰ 40 ਸਾਲ ਲੱਗ ਗਏ, ਫਿਰ ਜਾ ਕੇ ਉਹਨੇ ਮੂਸਾ ਦਾ ਇਸਤੇਮਾਲ ਕੀਤਾ। ਉਹ ਸਿਖਾ ਰਿਹਾ ਸੀਗਾ ਮੂਸਾ ਨੂੰ।
40 ਸਾਲ ਦਾ ਸਮਾਂ ਲਿਆ ਉਸਨੇ मूसा ਨੂੰ ਸਿਖਾਉਣ ਦੇ ਲਈ, ਠੀਕ ਹੈ। ਤੇ ਜਦੋਂ मूसा 80 ਸਾਲ ਦਾ ਹੋਇਆ ਤੇ खुदा ने फिर ਉਹਨੂੰ ਕਿਹਾ ਜਾ ਤੇ ਮੇਰੇ ਲੋਕਾਂ ਨੂੰ ਬਾਹਰ ਕੱਢ ਕੇ ਲਿਆ, ਕਿਉਂਕਿ खुदावंद तेज तरार लोगों ਨੂੰ इस्तेमाल नहीं करता। ये बड़ा दिमागी आ जी, है बड़ा पढ़िया लिखिया है जी, है ਤੇ ਇਹਦਾ ਇਸਤੇਮਾਲ ਕਰ ਲਓ। खुदावंद इस तरह नहीं करता। सैमुअल ਨੂੰ ਵੀ ਜਦੋਂ खुदा ने ਭੇਜਿਆ ਸੀਗਾ, ठीक है, ਵੀ ਜਾ ਦਾਊਦ ਨੂੰ ਮਸਾ ਕਰ, ਤੇ ਦਾਊਦ ਦੇ ਹੋਰ ਭਰਾ ਦਾਊਦ ਦੇ ਉਹਦੇ ਸੈਮੂਅਲ ਦੇ ਸਾਹਮਣੇ ਆਏ, ਠੀਕ ਹੈ। ਤੇ ਸੈਮੂਅਲ ਕੀ ਕਹਿੰਦਾ ਸੀ, ਕੀ ਮੈਂ ਇਹਨੂੰ ਮਸਾ ਕਰਾਂ? खुदा ਕਹਿੰਦਾ ਨਹੀਂ। ਉਹ ਫਿਰ ਅਗਲਾ ਆਇਆ, ਉਹ ਕਹਿੰਦਾ ਕੀ ਮੈਂ ਇਹਨੂੰ ਮਸਾ ਕਰਾਂ? ਉਹ ਕਹਿੰਦਾ ਨਹੀਂ। ਏਦਾਂ ਕਰਦੇ ਕਰਦੇ ਦਾਊਦ ਦੇ ਸਾਰੇ ਭਰਾ सैमुअल नबी ਦੇ ਸਾਹਮਣੇ ਆਏ, लेकिन सैमुअल नबी ने किया नहीं। सैमुअल नबी ਨੂੰ खुदा ने किया नहीं, ਇਸ ਨੂੰ ਵੀ ਮਸਾ नहीं करना। लेकिन ਜਦੋਂ ਦਾਊਦ ਆਇਆ ਜੋ ਕਿ ਛੋਟੇ ਜਿਹੇ ਕੱਦ ਦਾ ਸੀਗਾ, ਭੇਡਾਂ ਨੂੰ ਚਾਰਦਾ ਹੋਇਆ, ਠੀਕ ਹੈ, ਉਹਦੇ ਸਾਹਮਣੇ ਆਇਆ ਤੇ खुदा ने किया ਇਹ ਆ, ਇਸ ਨੂੰ ਮਸਾ ਕਰ, ਠੀਕ ਹੈ। ਤੇ ਸੈਮੂਅਲ ਨੇ ਦਾਊਦ ਨੂੰ ਮਸਾ ਕੀਤਾ ਹੈ। ਇਸੇ ਤਰ੍ਹਾਂ खुदावंद ਉਸ ਮਨੁੱਖ ਦਾ ਇਸਤੇਮਾਲ ਕਰਦਾ ਹੈ ਜਿਹੜਾ खुदा ਦੀ ਚੋਣ ਵਿੱਚ ਹੁੰਦਾ ਹੈ। ਉਹ ਕੱਦ ਕਾਠੀਆਂ ਨਹੀਂ ਵੇਖਦਾ, ਠੀਕ ਹੈ, ਜਾਂ ਗਿਆਨ ਨਹੀਂ ਵੇਖਦਾ, ਜਾਂ ਕੋਈ ਮਨੁੱਖ ਬਹੁਤ ਸੋਹਣਾ ਹੈ ਉਸ ਨੂੰ ਨਹੀਂ ਵੇਖਦਾ। ਉਸਨੇ ਰਾਜਾ ਹੋਣ ਦੇ ਲਈ ਦਾਊਦ ਨੂੰ ਇਸਤੇਮਾਲ ਕੀਤਾ, ਕਿਉਂਕਿ ਦਾਊਦ खुदा ਦਾ ਚੁਣਿਆ ਹੋਇਆ ਮਨੁੱਖ ਸੀਗਾ। ਤੇ ਇਸੇ ਤਰ੍ਹਾਂ ਅੱਜ ਵੀ खुदा ਕਰਦਾ ਹੈ। खुदावंद ਆਪਣੇ ਚੁਣੇ ਹੋਏ ਮਨੁੱਖਾਂ ਦੁਆਰਾ ਸੇਵਕਾਈ ਲੈਂਦਾ ਹੈ। नबी ने किया बहुत ज्यादा पढ़े लिखे हुए व्यक्ति का इस्तेमाल नहीं करता। पढ़ना लिखना गलत गल नहीं है, लेकिन खुदावंद उन्हां लोकां दा इस्तेमाल करता है ਜਿਹੜੇ ਉਹਦੇ ਵਿਚਾਰਾਂ 'ਚ ਪਹਿਲਾਂ ਹੀ ਪਾਏ ਗਏ ਹੁੰਦੇ ਹਨ, ਠੀਕ ਹੈ। ਜੇ ਕੋਈ ਸੋਚਦਾ ਵੀ खुदावंद ਕੋਈ ਬਹੁਤ ਪੜਿਆ ਲਿਖਿਆ ਉਹਨੂੰ ਇਸਤੇਮਾਲ ਕਰੂਗਾ, ਇਦਾਂ ਨਹੀਂ ਹੈ, ਠੀਕ ਹੈ ਨਾ। खुदावंद किसी ਦੀ ਸੋਚਾਂ ਦੁਆਰਾ ਨਹੀਂ ਚੱਲਦਾ। खुदावंद खुद ਆਪਣੇ ਵਚਨ ਦੇ ਦੁਆਰਾ ਚੱਲਦਾ ਹੈ। ਯੀਸ਼ੂ ਮਸੀਹ ਦੇ ਸਮੇਂ ਫੱਕੀ ਫਰੀਸੀਆਂ ਨੇ ਸੋਚਿਆ ਸੀ ਵੀ ਯੀਸ਼ੂ ਮਸੀਹ ਬਾਰੇ ਲਿਖਿਆ ਗਿਆ ਸੀਗਾ ਵੀ ਉਸਨੇ ਆਣਾ ਹੈ, ਤੇ ਉਹ ਸੋਚਦੇ ਸੀ ਕਿਸੇ ਰਾਜੇ ਘਰ ਪੈਦਾ ਹੋਊਗਾ, ਲੇਕਿਨ ਉਹ ਕਿੱਥੇ ਪੈਦਾ ਹੋਇਆ? ਉਹਨਾਂ ਦੀ ਸੋਚਾਂ ਤੋਂ ਬਾਹਰ ਇੱਕ ਖੁਰਲੀ ਵਿੱਚ ਪੈਦਾ ਹੋ ਗਿਆ, ਤੇ ਉਹ ਵਿਸ਼ਵਾਸ ਨਾ ਕਰ ਸਕੇ ਵੀ ਯੀਸ਼ੂ ਮਸੀਹ ਮੁਕਤੀਦਾਤਾ ਪੈਦਾ ਹੋ ਗਿਆ। ਉਹ ਵਿਸ਼ਵਾਸ ਨਹੀਂ ਕਰ ਸਕੇ ਕਿਉਂਕਿ ਉਹ ਫੱਕੀ ਫਰੀਸੀ, ਉਹ ਆਪਣੇ ਵਿਚਾਰਾਂ ਦੁਆਰਾ ਚੱਲਦੇ ਸੀ। ਲੇਕਿਨ खुदावंद ਲੋਕਾਂ ਦੇ ਵਿਚਾਰਾਂ ਦੁਆਰਾ ਨਹੀਂ ਚੱਲਦਾ। खुदावंद ਆਪਣੇ ਵਚਨ ਦੇ ਦੁਆਰਾ ਚੱਲਦਾ। ਇਸ ਕਰਕੇ ਉਸ ਨੂੰ ਸਰਵਸ਼ਕਤੀਮਾਨ खुदा, ਅਚਰਜ ਸਲਾਹੂ ਅਤੇ ਸ਼ਾਂਤੀ ਦਾ ਰਾਜਕੁਮਾਰ ਕਿਹਾ ਜਾਂਦਾ ਹੈ, ਠੀਕ ਹੈ। खुदावंद ਕਦੇ ਵੀ ਕਿਸੇ ਦੇ ਵਿਚਾਰਾਂ ਦੁਆਰਾ ਨਹੀਂ ਚੱਲਿਆ ਤੇ ਨਾ ਚੱਲੇਗਾ। ਉਹ ਹਮੇਸ਼ਾ ਆਪਣੀ ਮਰਜ਼ੀ ਕਰਦਾ ਹੈ ਕਿਉਂਕਿ ਉਸ ਨੂੰ ਇਹੀ ਚੰਗਾ ਲੱਗਦਾ ਹੈ। ਯੀਸ਼ੂ ਮਸੀਹ ਜੀ ਧਰਤੀ ਤੇ ਸੀਗਾ, ਉਸਨੇ ਕਿਹਾ ਮੈਂ ਉਹੀ ਕਰਦਾ ਹਾਂ ਜੋ ਪਿਤਾ ਮੇਰੇ ਵਿੱਚ ਹੋ ਕੇ ਕਰਦਾ ਹੈ, ਤੇ ਅੱਜ ਉਸ ਦੀ ਦੁਲਹਨ ਵੀ ਉਹੀ ਕਰੇਗੀ ਜੋ ਉਸ ਦਾ ਲਾੜਾ ਉਹਦੇ ਵਿੱਚ ਹੋ ਕੇ ਕਰੇਗਾ। ਕਿਉਂਕਿ ਦੁਲਹਨ ਵਚਨ ਤੋਂ ਬਾਹਰ ਕੰਮ ਨਹੀਂ ਕਰਦੀ, ਦੁਲਹਨ ਬਾਲ ਨਹੀਂ ਕਟਾਉਂਦੀ, ਦੁਲਹਨ ਮੇਕਅਪ ਨਹੀਂ ਕਰਦੀ, ਲੇਕਿਨ ਦੁਲਹਨ ਕੀ ਕਰਦੀ ਹੈ? ਵਚਨ ਦੇ ਨਾਲ ਸ਼ਿੰਗਾਰ ਕਰਦੀ ਹੈ, ਕਿਉਂਕਿ ਇਹੋ ਹੀ ਉਸਦੇ ਪਤੀ ਨੇ, ਉਸਦੇ खुदा ਨੇ ਉਸਨੂੰ ਸਿਖਾਇਆ ਹੈ। ਕਿਉਂਕਿ ਜੋ ਦੁਲਹਨ ਨੂੰ ਉਸਦਾ ਪਤੀ ਸਿਖਾਏਗਾ ਦੁਲਹਨ ਉਹੀ ਕਰੇਗੀ। ਲੇਕਿਨ ਅੱਜ ਅਸੀਂ ਵੇਖਦੇ ਹਾਂ ਬਹੁਤ ਸਾਰੀਆਂ ਕਾਪੀਆਂ, ਬਹੁਤ ਸਾਰੇ ਡਿਨੋਮੀਨੇਸ਼ਨ ਚਰਚਾਂ ਦੇ ਵਿੱਚ, ਬਹੁਤ ਸਾਰੇ ਚਰਚਾਂ ਦੇ ਵਿੱਚ ਲੋਕ ਕਹਿੰਦੇ ਹਨ ਅਸੀਂ ਉਠਾਏ ਜਾਵਾਂਗੇ ਕਿਲੋ ਮੇਕਅਪ ਲਗਾ ਕੇ, ਵਚਨ ਤੋਂ ਬਾਹਰ ਕੰਮ ਕਰਕੇ। ਨਹੀਂ, ਜਦੋਂ ਤੱਕ ਕੋਈ ਮਨੁੱਖ ਵਚਨ ਦੇ ਦਾਇਰੇ ਵਿੱਚ ਨਹੀਂ ਆਂਦਾ ਉਹਦਾ ਰੈਪਚਰ ਨਹੀਂ ਹੋਵੇਗਾ। ਰੈਪਚਰ ਉਸਦਾ ਹੀ ਹੈ ਜੋ ਵਚਨ ਦੇ ਦਾਇਰੇ ਵਿੱਚ ਚੱਲਦਾ ਹੈ। ਲੇਕਿਨ ਬਹੁਤ ਸਾਰੀਆਂ ਨਕਲੀ ਬ੍ਰਾਈਡ ਤਿਆਰ ਹੋ ਚੁੱਕੀਆਂ ਹਨ ਕਿਉਂਕਿ ਸ਼ੈਤਾਨ ਨੇ ਵੀ ਆਪਣੀ ਦੁਲਹਨ ਤਿਆਰ ਕੀਤੀ ਹੈ। ਲੇਕਿਨ ਕਿੱਥੇ ਵਾਸਤੇ? ਉਹ ਜਾਏਗੀ ਕਿੱਥੇ? ਬਲਦੀ ਹੋਈ ਭੱਠੀ ਦੇ ਵਿੱਚ ਜਾਏਗੀ ਸ਼ੈਤਾਨ ਦੀ ਦੁਲਹਨ। ਲੇਕਿਨ ਪ੍ਰਭੂ ਯੀਸ਼ੂ ਮਸੀਹ ਦੀ ਦੁਲਹਨ ਰੈਪਚਰ ਦੇ ਵਿੱਚ ਜਾਏਗੀ, ਤੇ ਕੋਈ ਵੀ ਦੁਲਹਨ ਦੇ ਰੈਪਚਰ ਨੂੰ ਰੋਕ ਨਹੀਂ ਸਕਦਾ ਕਿਉਂਕਿ ਯੀਸ਼ੂ ਮਸੀਹ ਦਾ 50% ਹਿੱਸਾ ਉਸ ਦੀ ਦੁਲਹਨ ਹੈ। ਇਸ ਕਰਕੇ ਨਬੀ ਨੇ ਕਿਹਾ ਸੰਸਾਰ ਦੇ ਵਿੱਚ ਬਹੁਤ ਸਾਰੀਆਂ ਆਤਮਾਵਾਂ ਕੰਮ ਕਰ ਰਹੀਆਂ ਹਨ, ਉਹਨਾਂ ਵਿੱਚੋਂ ਇੱਕ ਆਤਮਾ ਹੈ ਇਜ਼ਬਲ ਦੀ ਆਤਮਾ, ਜਿਸ ਨੇ ਲੋਕਾਂ ਨੂੰ ਭਰਮਾਇਆ ਹੋਇਆ ਹੈ। ਇਸ ਕਰਕੇ ਹਰੇਕ ਮਨੁੱਖ ਵਚਨ ਨੂੰ ਪੜ੍ਹੇ। ਜਿੱਦ ਤੱਕ ਕੋਈ ਮਨੁੱਖ ਵਚਨ ਨੂੰ ਨਹੀਂ ਪੜ੍ਹਦਾ, ਨਬੀ ਦੇ ਸੰਦੇਸ਼ਾਂ ਤੇ ਵਿਸ਼ਵਾਸ ਨਹੀਂ ਕਰਦਾ, ਉਸ ਦਾ ਬਚਣਾ ਮੁਸ਼ਕਲ ਹੈ, ਠੀਕ ਹੈ ਨਾ। ਕਿਉਂਕਿ ਇਹ ਬਾਈਬਲ ਇੱਕ ਸਮੇਂ ਬੰਦ ਪੁਸਤਕ ਸੀ, ਲੇਕਿਨ
ਸਾਡੇ ਯੁੱਗ ਦੇ ਨਬੀ ਭਾਈ ਵਿਲੀਅਮ ਮੈਰਿਨ ਬ੍ਰੈਨਮ ਦੇ ਦੁਆਰਾ ਇਸ ਬਾਈਬਲ ਨੂੰ ਖੋਲ ਦਿੱਤਾ ਗਿਆ। ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਜਿੰਨੇ ਗੁਪਤ ਭੇਦ ਸੀ ਸਭ ਦੇ ਸਭ ਖੋਲ ਦਿੱਤੇ ਗਏ। ਲੇਕਿਨ ਜੇ ਕੋਈ ਮਨੁੱਖ ਆਪਣੀ ਹੀ ਸਮਝ ਦੇ ਦੁਆਰਾ ਚੱਲਣਾ ਚਾਹੁੰਦਾ ਹੈ ਤੇ ਜ਼ਰੂਰ ਹੈ ਉਹ ਆਪਣੇ ਆਪ ਨੂੰ ਮਾਰ ਰਿਹਾ ਹੈ। ਫਿਰ ਉਹ ਮਨੁੱਖ ਆਪਣੇ ਆਪ ਨੂੰ ਨਿਆਂ ਦੇ ਲਈ ਖੜਾ ਕਰ ਰਿਹਾ ਹੈ। ਠੀਕ ਹੈ ਨਾ, ਜੇ ਕੋਈ ਆਪਣੀ ਸਮਝ ਦੇ ਦੁਆਰਾ ਚੱਲਦਾ ਹੈ। ਲੇਕਿਨ ਜੋ ਕੁਝ ਨਬੀ ਦੇ ਦੁਆਰਾ ਦਿੱਤਾ ਗਿਆ ਹੈ ਉਸ ਦੇ ਉੱਪਰ ਹੀ ਵਿਸ਼ਵਾਸ ਕਰਨਾ ਪਵੇਗਾ। ਇਸ ਕਰਕੇ ਨਬੀ ਨੇ ਕਿਹਾ, लड़कों मुझे आपको बताने दें, यदि आप शादी करते हैं तो पूरी तरह से जिस औरत ने रंग रोगन लगाया हुआ है कुछ दिनों बाद वो फीकी पड़ जाएगी। नबी कहता जी बहुत सारे लड़के शादी करते हैं लेकिन ਜਦੋਂ ਵੇਖਦੇ ਹਨ ਵੀ ਕਿਸੇ ਨੇ रंग रोगन लगाया मेकअप किया उस कुड़ी नाल ਵਿਆਹ ਕਰਦੇ ਹਨ ਤੇ ਨਬੀ ਨੇ ਕਿਹਾ कुछ दिनों में उसका रंग रोगन फीका पड़ जाएगा, भले ही वह सुंदर हो कुछ दिनों में वह फीकी पड़ जाएगी। नबी कहते बथेरे भावें उस समय सुंदर लगती होवे लेकिन थोड़े दिनों बाद वो फीकी पड़ जाएगी और उसके पहले बच्चा पैदा होने तक इंतजार करें और दांत बाहर निकलने लगेंगे। कुछ समय बाद झुर्रियां उसकी आंखों पर आ जाएगी और बाल सफेद हो जाएंगे और आप एक सुबह उठेंगे और अचंभे में पड़ जाएंगे कि आपने किससे शादी की है, यह ठीक है। नबी कहता फिर तुसी अचंभे च पै जाओगे। इस करके अज की है बहुत सारे मसीह लोग वचन तो बाहर काम करते हैं। वो वेखते हैं कि एक औरत बहुत सुंदर है, वो अपने लिए उस औरत नूं ले आते हैं, वो मेकअप की हुई नूं, उस इजाबेल नूं। लेकिन बाइबल इस चीज नूं मना करती है। भाई ब्रैनम ने कहा है भी एक मसीह भाई वचन तो बाहर कोई औरत है उस नाल विआह नहीं करवा सकता। वचन के दायरे विच जे कोई औरत है वो विश्वासी दे नाल ही एक विश्वासी विआह करवा सकता है, वो किसी अविश्वासन दे नाल विआह नहीं करवा सकता। जो इस तरह करता है वो एक इजाबेल नूं लैके आंदा है ते आप अहाब दी उपाधि उहदे अंदर आ जाती है। फिर जो कोई इस तरह काम करता है, क्योंकि अहाब ही है जिसने वचन दे विचों बाहर काम किया, खुदा दी रीतां नूं तोड़ दिता ते इजाबेल दे नाल उहने विआह कीता। उहनूं पता सी ये सब कुछ गलत है लेकिन फिर भी उसने इस तरह किया। भाई ब्रैनम ने क्या एलिया इजबल ते अहाब दोनों दा पास्टर सी लेकिन उन्हां ने उसका निरादर किया क्योंकि वो लोग खुदा तो नहीं डरते सीगे, उन्होंने वचन तो बाहर काम किए। जे वो अपने सेवक की गल नूं मनदे ते उन्हां लई वधिया हुंदा, लेकिन वो गलत स्पिरिट के द्वारा चलाए गए सीगे। इस करके उन्होंने एलिया के विरुद्ध कुफर बकिया। ठीक है ना, खुदा के वचन के खिलाफ वो लोग खड़े हो गए। परंतु अहाब वहां गया और इस लड़की के प्यार में गिर जाता है। नबी कहते अहाब उस लड़की के प्यार से गिर गया, इसलिए वह गया और उससे शादी की और उसको इस्राएल में लेकर आया। और जब वह आई तो जो कि मूर्ति पूजक थी, और क्या आपने ध्यान दिया अहाब वहां गया और यह दिखाया कि वह एक बनावटी विश्वासी था, क्योंकि अहाब ने काम किया तो पता लग गया भी वो एक बनावटी विश्वासी सी। उसने इस लड़की को प्राप्त करने के लिए संसार के चक्कर काटे और उसने बहुत बड़ी गलती की और यही पर ही कई लोगों ने गलती की। कहते इस तरह बहुत सारे लोग गलतियां करते हैं, वचन तो बाहर काम करते हैं ते फिर पछतावा उन्हां दे जीवन विच रह जाता है। क्योंकि यह साफ ते स्पष्ट है, जे कोई मनुख वचन तो बाहर काम करेगा, वचन तो बाहर मैरिज करेगा, वो एक दिन पछताएगा। ये बाइबल का रूल है, जो कोई बीजेगा सोई उसनूं वढना भी पवेगा। जे तुसी वचन बीजोगे ते वचन ही तुहाडे सामने आएगा, लेकिन जे कोई संसार नूं बीजेगा ते संसार ही उसके सामने आएगा। फिर इस करके हरेक मनुख अपने अपने जीवन का सुधार करे, कोई भी मनुख वचन तो बाहर काम ना करे, क्योंकि यह युग बड़ा ही खतरनाक युग है। यह युग नबी ने क्या औरत का युग है। हर पासे औरत औरत औरत, तुसी जिस मर्जी पासे चले जाओ
नबी ने क्या, औरत नू पहल मिलती है, औरत ही हर पासे है। और भाई ब्रैनम ने क्या, इजबल अपने बालों को सवार रही थी, इजबल की कर दी सी, अपने बालों को सवार दी सी उसको, और अपने बालों को काट रही थी। इजबल की कर दी सी, अपने बालों को सवार दी सी, अपने बालों को कट दी सी, अपने सिर को सजा रही थी। जो एक लज्जा का कारण है, जो स्त्री बाल कटवाती है वह अपने पति का अपमान करती है। साडे युग दे नबी ने क्या, जेड़ी औरत अपने बाल काटती है वो अपने पति का अपमान करती है। बाइबल ने ऐसा ही कहा है, एक अपमानजनक महिला को तलाक देकर दूर कर देना चाहिए। भाई ब्रैनम कहते ਇਹੋ जी औरत नू जो वचन तो बाहर काम करती है, तलाक देकर दूर कर देना चाहिए। इसलिए बाइबल के अनुसार यह एक चिन्ह है और वह किसी और से प्यार करती है, क्योंकि जब वह ऐसा करती है तो अपने पति का अपमान करती है। ठीक है ना, नबी कहते जो इस तरह करती है अपने पति का अपमान करती है, वचन तो बाहर काम करती है जो। ठीक है, वह अपने लाल नाखूनों को सजा रही थी, क्योंकि नबी कहते भी अज औरतां की करदियां, बड़े बड़े नाखून रख लेंदियां हन जिन्हां दे उपर लाल रंग लगाया हुंदा है। वो बर्तन को नहीं धोती क्योंकि वह डरती है कि नाखूनों का रंग उतर जाएगा। अज औरतां दे की हाल हन, लंबे लंबे नौह रख ले, फिर वो बर्तन नहीं धोंदियां। नबी ने क्या, घर दे काम नहीं करदियां किते बर्तन धोंदे होए उन्हां दा नाखूनां दा रंग ना उतर जाए। जबकि उसका बेचारा पति बर्तनों को साफ करता है। इस तरह से धोने के बाद वो वहां बैठी सिगरेट पीती है और उसके बच्चे की देखभाल कर रहा होता है। ते पति की कर रहा हुंदा है, बच्चे की देखभाल कर रहा हुंदा है। नबी ने क्या, अज ये औरतां दा हाल हो गया है। असी होर औरतां नूं की कहिए, मसीह औरतां दे हाल हो चुके हैं। वचन तो बाहर काम हो रहा है सब पासे। ठीक है, मुझे मसीह भाइयों के रूप में आप पर शर्म आती है। नबी कहते हैं मुझे मसीह भाइयों के रूप में आप पर शर्म आती है कि आप अपनी पत्नी को उस तरह के काम करने देते हैं। नबी कहता तुसी अपने आप को मसीह कहते हो लेकिन ताड़ी पत्नियां ਇਹੋ ਜਿਹੇ काम करदियां हन। कहता इस गल ते शर्म आती है, यह दिखाता है कि आप किस चीज के बने हुए हैं। यह सही बात है, जे तुसी अपने आप को मसीह कहते हो ਤੇ ਤੁਹਾਡੀ ਪਤਨੀਆਂ वचन तो बाहर काम करदियां ਹਨ ਤੇ नबी ने कहा ਤੁਹਾਨੂੰ शर्म आनी चाहिए है। फिर खुदा उसे इसके लिए जिम्मेदार ठहराएगा जेड़ा पति अपनी पत्नी को नहीं समझाता बाइबल ते उहदा साथ दिंदा है। तू बाल कटवारी कटाई चल, कोई गल नहीं, तू लिपस्टिक लगांदी लगाई चल, तू नौ वड्डे वड्डे रखे रखी चल, तू डिस्को डांस करदी करी चल। जेड़ा मसीह भाई ये काम करदा है ते अपने आप को मसीह कहता है, नबी ने क्या, एक दिन ओनू जिम्मेदार ठहराया जाएगा, जिम्मेदार ठहराया जाएगा उसने एक दिन। यदि आप अपने घर को संभालने और यदि आप अपने घर को संभालने के लिए पर्याप्त व्यक्ति नहीं है तो खुदा ही आप पर दया करे। नबी कहते जे तुसी अपने घर को संभालने के लिए पर्याप्त व्यक्ति नहीं हो, सही नहीं हो, ते फिर खुदा ही तुहाडे ते फिर दया करे, क्योंकि बाइबल ने शुरुआत से ही कहा था। ठीक है ना, क्योंकि बाइबल साफ ही इस चीज को स्पष्ट करती है कि सही है कि गलत है। लेकिन असी देखते हाँ लोग वचन तो बाहर काम कर रहे हैं। हरेक मनुख का जीवन वचन तो बाहर है ते ਇਹੋ ਜਿਹੇ मनुख अपने आप को नाश के लिए तैयार कर रहे हैं। इस करके हरेक मनुख अपने अपने गुनाह पापा की माफी मंगे ते प्रभु यीशु मसीह के नाम से बसमा लवे। जे बचना है ते वचन के अनुसार जीवन व्यतीत करे ते भाई विलियम मैरिन ब्रैनम नूं अपना मुक्तिदाता, ठीक है ना, प्रभु यीशु मसीह नूं अपना मुक्तिदाता ग्रहण करे, क्योंकि मुक्ति किहदे द्वारा है, वचन के द्वारा। ठीक है, ते वचन नूं लैके कौन आया, साडे युग का नबी भाई विलियम मैरिन ब्रैनम। ठीक है, तो जिहड़ा नबी के संदेश नूं कबूल करेगा वो बचाया जाएगा, तो जे कोई नबी के संदेश नूं कबूल नहीं करता तो जरूर है भी फिर वो मारिया जाए। इस करके हरेक भैन भाई अपने अपने जीवन नूं सुधार विच लैके आवे। ठीक है ना, इस करके नबी कहते अज औरतां
फैशन की दुकान ते चले जांदियां हन अपने आप को सोहना दिखाने के लिए, लेकिन बाइबल ऐसा काम करने से मना करती है। बाइबल इहो जिहा काम करन तो की करती है, मना करती है। हरेक भैन भाई अपने अपने जीवन का सुधार करे। प्रभु यीशु मसीह तुहानूं सारिआं नूं बरकत देवे। आओ प्रार्थना करते हैं। हालेलुया, धन्नवाद प्यारे प्रभु यीशु मसीह, तेरे नाम की महिमा, तेरे नाम की वड़ाई करता हाँ। अनंत काल के पिता, शांति के राजकुमार, मैं तेरा धन्नवाद करता इस छोटे प्यारे संदेश के लिए खुदावंद। सचमुच मेरे महान पिता प्रभु यीशु मसीह, अज औरत का युग है खुदावंदा। मेरे महान पिता अज हर पासे प्रभु यीशु मसीह औरत है खुदावंदा, क्योंकि इजबल का आत्मा मेरे महान पिता हर पासे काम कर रहा है। लेकिन मैं तेरी महिमा, तेरी वड़ियाई करता हाँ प्रभु यीशु मसीह। इजबल का आत्मा खुदावंद प्रभु यीशु मसीह तेरी ठहराई हुई दुल्हन के उपर काम नहीं कर सकता मेरे महान पिता, क्योंकि तेरी ठहराई हुई दुल्हन के कोल वचन है खुदावंदा, तेरा पवित्र आत्मा है। लेकिन प्रभु यीशु मसीह इजाबेल का आत्मा प्रभु यीशु मसीह उन्होंने औरतों के उपर काम कर रहा है खुदावंदा, जिन्हों ने तेरे वचन तो बाहर काम किए हैं मेरे महान पिता। क्योंकि प्रभु यीशु मसीह ਜਿਹੜੇ लोग तेरे वचन तो बाहर काम करते हैं वो शैतान के हत्थों में हैं खुदावन। तो जे कोई शैतान के हत्थों में पै चुकिया है उसका बचना मुश्किल है मेरे महान पिता। लेकिन तेरी वड्डी दया, तेरी कृपा तेरी दुल्हन के उपर हुई है मेरे महान पिता, क्योंकि प्रभु यीशु मसीह तो अपनी दुल्हन के अंग संग है। तेरी दुल्हन तेरे विचारों में पाई गई है। तेरी दुल्हन वचन के अनुसार काम करती है। तेरी दुल्हन वही करती है खुदाबंदा जो तू उसको सिखाता है, क्योंकि तू अपनी दुल्हन के अंदर वसदा है खुदाबंदा। तू अपनी दुल्हन के अंदर वास करता है खुदाबंदा। तेरा पवित्र आत्मा तेरी दुल्हन के अंदर है, तो तेरी दुल्हन कदे भी खुदाबंद प्रभु यीशु मसीह तेनों नाराज नहीं करती खुदाबंद, क्योंकि तेरी दुल्हन वही करती है जो तू उसको करने लई कहता है प्रभु यीशु मसीह। तो हर एक दुल्हन प्रभु जी तुहाडा इंतजार कर रही है, तुसीं जल्दी आओ मेरे महान पिता, क्योंकि प्रभु यीशु मसीह असीं विश्वास करते हैं जो तू वायदा किया, मैं आवांगा अपनी दुल्हन अपने नाल अख चमकदे सार होर दा होर कर देवांगा। तो सचमुच मेरे महान पिता तेरी दुल्हन अपने आप को वचन के नाल शिंगार रही है प्रभु यीशु मसीह। तुसीं आओ, तुहाडी दुल्हन तुहाडा इंतजार कर रही है। दया करो, कृपा करो, जब तक तुसीं नहीं आते मेरे महान पिता असीं इसी तरह तुहाडी महिमा वडियाई करी जाइए मेरे महान पिता। सारा आदर जलाल महिमा तेरे नाम दिना है। जिन्ने बीमार हैं परेशान हैं खुदाबंदा, हरेक की बीमारी परेशानी को खुदाबंद तू दूर कर, क्योंकि तेरे मार खाने के नाल, तेरे कोड़े खाने के नाल प्रभु जी सारी बीमारियां परेशानियां तो अपने ऊपर ले लिया मेरे महान पिता। प्रभु यीशु मसीह तू क्या है, जो कोई विश्वास करेगा जो बचाया जाएगा। तो प्रभु यीशु मसीह सच है खुदाबंदा, जो भी विश्वास करता है प्रभु यीशु मसीह उसनों प्रभु यीशु मसीह तू बचाता है खुदाबंदा, शिफा दिंदा है प्रभु जी। वड्डी दया कर, कृपा कर, सारा आदर जलाल महिमा प्रभु यीशु मसीह के जिंदा जलाली सामर्थी नाम दिंदे हैं। आमीन, हालेलुया।